ਇੱਕ ਜਰਨੈਲ ਹੁੰਦਾ, ਉਸ ਨੂੰ ਉਹ ਜ਼ਿੰਮੇਵਾਰੀ ਸੌਂਪੀ ਜਾਂਦੀ। ਅਗਰ ਉਹ ਫੌਜ ਖੁਦਾ ਨਾ ਖਾਸਤਾ ਹਾਰ ਜਾਂਦੀ ਹੈ ਤਾਂ ਸਭ ਤੋਂ ਪਹਿਲੀ ਬਲੀ ਉਸ ਜਰਨੈਲ ਦੀ ਹੁੰਦੀ। ਇਹ ਤਾਂ ਕੱਟੜ ਅਕਾਲੀ ਵਾਰ ਸੀ, ਪਰ ਉਹਨਾਂ ਤੁਹਾਡੇ ਤੇ ਭਰੋਸਾ ਕੀਤਾ ਹੈ। ਇਹੋ ਜਿਹਾ ਕੀ ਕਾਰਨ ਸੀ? ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਤਾਕਤ ਹੈ ਉਹ ਪਿਆਰ ਹੈ, ਸਤਿਕਾਰ ਹੈ। ਜਿਸ ਬੰਦੇ ਨੂੰ ਇਸ ਚੀਜ਼ ਦੀ ਸਮਝ ਹੈ ਉਹ ਕਿਤੇ ਵੀ ਜਿਹੜਾ ਉਹ ਨਾਕਾਮਯਾਬੀ ਉਸ ਦਾ ਸਾਹਮਣਾ ਨਹੀਂ ਕਰਦੀ, ਉਹ ਕਾਮਯਾਬ ਹੀ ਹੁੰਦਾ, ਕਿਉਂਕਿ ਸਭ ਤੋਂ ਵੱਡੀ ਤਾਕਤ ਪਿਆਰ ਦੀ ਹੈ। ਉਹ ਇਮਾਨਦਾਰੀ, ਉਹ ਜਿਹੜੀ ਹੈ ਉਹ ਡੈਡੀਕੇਸ਼ਨ, ਉਹ ਜਿਹੜੀ ਹੈ ਉਹ ਮਿਹਨਤ, ਉਹ ਸਾਰੀਆਂ ਚੀਜ਼ਾਂ ਨੂੰ, ਔਰ ਲੋਕਾਂ ਦੀ ਨਜ਼ਰ ਤੋਂ ਕੁਝ ਵੀ ਛਿਪਿਆ ਹੋਇਆ ਨਹੀਂ ਹੈ। ਇਹ ਕੀ ਵਜ੍ਹਾ ਹੋਗੀ ਕਿ ਧਰਮ ਨਿਰਪੱਖ ਪਾਰਟੀ ਦੇ ਵਿੱਚ ਹੀ ਇਹ ਜਿਹੜਾ ਧਰਮ ਦਾ ਪੱਤਾ ਹੈ, ਖਾਸ ਕਰਕੇ ਹਿੰਦੂ ਧਰਮ ਦਾ ਪੱਤਾ ਜਿਹੜਾ ਸ਼ਹਿਰ 'ਚ ਵਾੜ ਦਿੱਤਾ ਗਿਆ? ਮੇਅਰ ਦੀ ਕੁਰਸੀ ਵਾਸਤੇ ਐਸਾ ਇਮਾਨਦਾਰ, ਬੇਦਾਗ, ਸਾਫ ਸੁਥਰੀ ਛਵੀ ਵਾਲਾ, ਥੋੜ੍ਹਾ ਜਿਹਾ ਇਹ ਕਹੀਏ ਤਾਂ ਜਿਹਨੇ ਕਦੀ ਭਖੂ ਨਾ ਕੀਤਾ ਹੋਵੇ, ਰੱਜਿਆ ਪੁੱਜਿਆ ਜਿਹਾ ਇਨਸਾਨ, ਐਸੀ ਕੋਈ ਸ਼ਖਸੀਅਤ ਤੁਹਾਡੀ ਨਜ਼ਰ 'ਚ ਹੈ? ਅਕਸਰ ਜਦੋਂ ਇਲੈਕਸ਼ਨ ਹੁੰਦੀ ਔਰ ਇਲੈਕਸ਼ਨ ਤੋਂ ਬਾਅਦ ਜਦੋਂ ਬਹੁਤ ਭਾਰੀ ਜਿੱਤ ਦਰਜ ਹੁੰਦੀ ਹੈ ਤਾਂ ਹਰ ਕੋਈ ਜੇਤੂ ਉਮੀਦਵਾਰ ਦੇ ਨਾਮ ਨੂੰ ਹੀ ਜਾਣਦਾ ਹੈ ਜਾਂ ਉਸ ਲੀਡਰ ਨੂੰ ਜਾਣਦਾ ਹੈ ਜਿਸ ਲੀਡਰ ਦੇ ਕਰਕੇ ਜਿੱਤ ਮਿਲਦੀ ਹੈ। ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਇਸ ਜਿੱਤ ਦੇ ਪਿੱਛੇ ਜਿਹੜੇ ਪਰਦੇ ਦੇ ਪਿਛਲੇ ਕਿਰਦਾਰ ਹੁੰਦੇ ਨੇ, ਪਰਦੇ ਦੇ ਪਿੱਛੇ ਰਣਨੀਤੀਕਾਰ ਹੁੰਦੇ ਨੇ, ਜਿਹੜੇ ਇਸ ਜਿੱਤ ਨੂੰ ਵੱਡੀ ਜਿੱਤ ਦੇ ਵਿੱਚ, ਵੱਡੀ ਲੀਡ ਦੇ ਵਿੱਚ ਬਦਲਦੇ ਨੇ, ਉਹਨਾਂ ਦਾ ਬਹੁਤ ਵੱਡਾ, ਬਹੁਤ ਅਹਿਮ ਰੋਲ ਹੁੰਦਾ। ਉਹ ਉਹਨਾਂ ਨੇਤਾਵਾਂ ਨਾਲੋਂ, ਉਹਨਾਂ ਉਮੀਦਵਾਰਾਂ ਨਾਲੋਂ ਬਹੁਤ ਸਖਤ ਮਿਹਨਤ ਕਰਦੇ ਨੇ। ਸੋ ਉਹਨਾਂ ਦੇ ਵਿੱਚੋਂ ਹੀ ਨੇ ਸਾਡੇ ਨਾਲ ਮਨਜੀਤ ਸਿੰਘ ਚੀਮਾ ਜੀ। ਮਨਜੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਆਪ ਜੀ ਨੂੰ ਜੀ ਆਇਆਂ ਆਖਦਾ ਜੀ ਆਪਣੇ ਨਗਰ ਵਿੱਚ ਆਉਣ ਵਾਸਤੇ। ਵੈਲਕਮ। ਚੀਮਾ ਸਾਹਿਬ, ਜਿਨ੍ਹਾਂ ਦਾ ਮੈਂ ਜ਼ਿਕਰ ਕਰਨਾ ਮੁਨਾਸਿਬ ਇਸ ਕਰਕੇ ਤੁਹਾਡੇ ਰੂਬਰੂ ਤਾਂ ਕਰਕੇ ਰੱਖਿਆ ਕਿ ਅਕਸਰ ਬਟਾਲੇ ਦੀਆਂ 36 ਸੀਟਾਂ ਦੇ ਉੱਪਰ ਬਹੁਤ ਵੱਡੀ ਜਿਵੇਂ ਜਿੱਤ ਹੈ, ਹਰ ਕੋਈ ਜਾਣਦਾ ਕਿ ਜਿੱਤ ਹੋਈ ਹੈ। ਔਰ ਇਸ ਜਿੱਤ ਦਾ ਸਿਰਾ ਬੇਸ਼ੱਕ ਹਰ ਕੋਈ ਆਪੋ ਆਪਣੇ ਲੀਡਰਾਂ ਦੇ ਸਿਰ ਬੰਨ੍ਹ ਰਿਹਾ, ਪਰ ਜਿਹੜੀਆਂ ਕੱਟੜ ਔਰ ਬਹੁਤ ਹੀ ਕੱਟੜ BJP ਅਕਾਲੀ ਦਲ ਦੀਆਂ ਗੜ੍ਹ ਮੰਨੀਆਂ ਜਾਂਦੀਆਂ ਜਿਹੜੀਆਂ ਵਾਰਡਾਂ ਸੀ, ਉਹਨਾਂ ਵਾਰਡਾਂ ਦੇ ਵਿੱਚੋਂ ਯਾਨੀ ਕਿ ਸ਼ੇਰ ਦੇ ਮੂੰਹ 'ਚੋਂ ਸ਼ਿਕਾਰ ਕੱਢ ਕੇ ਲੈ ਕੇ ਆਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਸੋ ਮਨਜੀਤ ਸਿੰਘ ਚੀਮਾ ਨੂੰ ਅਗਰ ਜ਼ਿੰਮੇਵਾਰੀ ਮਿਲਦੀ ਹੈ ਤਾਂ ਉਹਨਾਂ ਇਲਾਕਿਆਂ ਦੀ, ਉਹਨਾਂ ਵਾਰਡਾਂ ਦੀ ਮਿਲਦੀ ਹੈ ਜਿੱਥੇ ਜਿੱਤ ਨਾਮੁਮਕਿਨ ਸਮਝੀ ਜਾਂਦੀ ਸੀ। ਪਰ ਇਹਨਾਂ ਨੇ ਸਿਕੰਦਰ ਦੇ ਵਾਂਗ ਜਿੱਤ ਦਰਜ ਕਰਕੇ ਆਪਣਾ ਜੋ ਨਾਮ ਹੈ ਮਨਜੀਤ ਸਿੰਘ ਚੀਮਾ, ਉਹਨੂੰ ਉਸ ਮਾਹਰ ਰਾਜਨੀਤਿਕ ਖਿਲਾੜੀ ਦੇ ਵਿੱਚ ਦਰਜ ਕਰਾ ਦਿੱਤਾ ਕਿ ਉਹ ਹਾਰੀ ਹੋਈ ਬਾਜੀ ਨੂੰ ਵੀ ਜਿੱਤ ਸਕਦੇ ਆ, ਯਾਨੀ ਕਿ ਕਹਿ ਦਈਏ ਤਾਂ ਡੋਲੇ ਪਈ ਕੱਢ ਕੇ ਵੀ ਲਿਆ ਸਕਦੇ ਆ। ਸੋ ਇਹ ਮਹਾਰਤ ਹਾਸਿਲ ਹੈ ਮਨਜੀਤ ਸਿੰਘ ਚੀਮਾ ਜੀ। ਚੀਮਾ ਜੀ, ਤੁਹਾਡੇ ਉੱਪਰ ਇੰਨਾ ਵਿਸ਼ਵਾਸ, ਇੰਨਾ ਭਰੋਸਾ ਜਿਹੜਾ ਕੀਤਾ ਹੈ ਤੁਹਾਡੀ ਪਾਰਟੀ ਹਾਈ ਕਮਾਂਡ ਨੇ, ਔਰ ਇੰਨਾ ਵੱਡਾ ਭਰੋਸਾ ਕਰਕੇ ਤੁਹਾਨੂੰ ਸੀਟਾਂ ਵੀ ਉਹ ਦਿੱਤੀਆਂ ਜਿਨ੍ਹਾਂ ਦੇ ਉੱਤੇ ਚੈਲੰਜ ਸੀ, ਜਿਵੇਂ ਵਾਰਡ ਨੰਬਰ 24 ਤੇ ਦੇ ਆਸ-ਪਾਸ ਦੇ ਵਾਰਡ ਸੀ। ਇਹ ਤਾਂ ਕੱਟੜ ਅਕਾਲੀ ਵਾਰਡ ਸੀ, ਪਰ ਉਹਨਾਂ ਤੁਹਾਡੇ 'ਤੇ ਭਰੋਸਾ ਕੀਤਾ ਹੈ। ਇਹੋ ਜਿਹਾ ਕੀ ਕਾਰਨ ਸੀ? ਦੇਖੋ, ਪ੍ਰੇਮ ਔਰ ਪਿਆਰ, ਮੈਂ ਸਮਝਦਾ ਕਿ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਤਾਕਤ ਹੈ ਉਹ ਪਿਆਰ ਹੈ, ਸਤਿਕਾਰ ਹੈ। ਜਿਸ ਬੰਦੇ ਨੂੰ ਇਸ ਚੀਜ਼ ਦੀ ਸਮਝ ਹੈ ਉਹ ਕਿਤੇ ਵੀ ਜਿਹੜਾ ਉਹ ਨਾਕਾਮਯਾਬੀ ਉਸ ਦਾ ਸਾਹਮਣਾ ਨਹੀਂ ਕਰਦੀ, ਉਹ ਕਾਮਯਾਬ ਹੀ ਹੁੰਦਾ, ਕਿਉਂਕਿ ਸਭ ਤੋਂ ਵੱਡੀ ਤਾਕਤ ਪਿਆਰ ਦੀ ਹੈ। ਲੋਕਾਂ ਦੇ ਨਾਲ ਪਿਆਰ ਔਰ ਲੋਕਾਂ ਦੇ ਨਾਲ ਸਤਿਕਾਰ, ਇਹ ਸਾਰਾ ਕ੍ਰੈਡਿਟ ਜਿਹੜਾ ਉਸ ਪ੍ਰੇਮ ਔਰ ਪਿਆਰ ਨੂੰ ਜਾਂਦਾ। ਪਰ ਤੁਹਾਡੇ 'ਤੇ ਇੰਨਾ ਯਕੀਨ ਕਰਨਾ, ਇੰਨਾ ਭਰੋਸਾ ਕਰਨਾ, ਔਰ ਵਾਰਡ ਵੀ ਤੁਹਾਨੂੰ ਉਹ ਦੇਣੀ ਹੈ ਜਿਨ੍ਹਾਂ ਵਾਰਡਾਂ ਦੇ ਵਿੱਚ ਅਕਾਲੀ ਦਲ ਦਾ ਗੜ੍ਹ ਹੈ, ਜਿਹਨੂੰ ਕਹਿ ਦਿੰਦੇ ਆ ਕਿ ਉੱਥੇ ਜਿਹਨੂੰ ਮਰਜ਼ੀ ਟਿਕਟ ਦੇ ਦਿਓ ਜਿੱਤੂ ਅਕਾਲੀ ਹੀ। ਦੇਖੋ, ਇਹ ਤਾਂ ਸਾਡੇ ਜਿਹੜੇ ਮਹਿਬੂਬ ਲੀਡਰ ਨੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ, ਉਹਨਾਂ ਦੀ ਪਾਰਖੂ ਨਜ਼ਰ ਹੈ, ਇਹ ਉਹਨਾਂ ਦਾ ਉਮਰ ਦਾ ਤਜਰਬਾ ਹੈ, ਉਹਨਾਂ ਕੋਲੋਂ ਕੁਛ ਵੀ ਛਿਪਿਆ ਹੋਇਆ ਨਹੀਂ ਹੈ, ਇਹਦਾ ਸਿਹਰਾ ਵੀ ਉਹਨਾਂ ਨੂੰ ਹੀ ਜਾਂਦਾ ਜੀ। ਸੋ ਤੁਹਾਨੂੰ ਫਿਰ ਹਾਈ ਕਮਾਂਡ ਨੇ, ਮੈਂ ਸਮਝ ਰਿਹਾ ਸੀ ਕਿ ਸ਼ਾਇਦ ਹਾਈ ਕਮਾਂਡ ਵੱਲੋਂ ਤੁਹਾਨੂੰ ਚੁਣਿਆ ਗਿਆ। ਇਹਦਾ ਮਤਲਬ ਤੁਹਾਨੂੰ ਜਿਹੜਾ ਪਾਰਖੂ ਨਜ਼ਰ ਦੀ ਤੁਸੀਂ ਜ਼ਿਕਰ ਕੀਤਾ ਤਾਂ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੋ ਉਹਨਾਂ ਨੇ ਮਨਜੀਤ ਸਿੰਘ ਚੀਮਾ ਨੂੰ ਪਛਾਣਿਆ, ਤੁਹਾਡੇ ਹੁਨਰ ਨੂੰ ਪਛਾਣਿਆ। ਦੇਖੋ, ਮੇਰੇ ਵਾਸਤੇ ਮੇਰੇ MLA, ਮੇਰੀ ਹਾਈ ਕਮਾਨ, ਮੇਰੀ ਸਰਕਾਰ ਉਹ ਤ੍ਰਿਪਤ ਰਜਿੰਦਰ ਬਾਜਵਾ ਜੀ ਨੇ, ਔਰ ਮੇਰੀ ਤਾਂ ਉਹਨਾਂ ਤੋਂ ਸ਼ੁਰੂ ਹੁੰਦੀ ਹੈ ਔਰ ਉਹਨਾਂ 'ਤੇ ਖਤਮ ਹੋ ਜਾਂਦੀ। ਜੋ ਭਰੋਸਾ ਉਹਨਾਂ ਨੇ ਤੁਹਾਡੇ 'ਤੇ ਕੀਤਾ, ਉਸ ਭਰੋਸੇ ਦੇ ਉੱਤੇ ਤੁਸੀਂ ਖਰੇ ਕਿਵੇਂ ਉਤਰੇ? ਇਹਨਾਂ ਵਾਰਡਾਂ 'ਚ ਕੀ ਕਾਰਗੁਜ਼ਾਰੀ ਕੀਤੀ? ਦੇਖੋ, ਇਹਦਾ ਸਿਹਰਾ ਜਿਹੜਾ ਹੈ ਉਹ ਵੀ ਬਾਜਵਾ ਸਾਹਿਬ ਨੂੰ ਜਾਂਦਾ।
ਮੈਂ ਸਮਝਦਾ ਕਿ ਇਕੱਲੀ ਇਹਨਾਂ ਵਾਰਡਾਂ ਦੇ ਵਿੱਚ ਨਹੀਂ, ਬਟਾਲੇ ਦੇ ਅੰਦਰ ਜਿਹੜੀਆਂ 36 ਵਾਰਡਾਂ ਅਸੀਂ ਜਿੱਤੀਆਂ ਨੇ ਕਾਂਗਰਸ ਪਾਰਟੀ ਨੇ, ਉਹਦਾ ਕ੍ਰੈਡਿਟ ਇਸ ਕਰਕੇ ਤ੍ਰਿਪਤ ਬਾਜਵਾ ਜੀ ਨੂੰ ਜਾਂਦਾ ਕਿ ਉਹਨਾਂ ਨੇ ਲੋਕਾਂ ਦੇ ਦਰਦ ਨੂੰ ਸਮਝਿਆ, ਅਪਣਾਇਆ। ਉਹਨਾਂ ਨੇ ਇਹ ਵਿਚਾਰਧਾਰਾ ਲਿਆਂਦੀ ਕਿ ਮੇਰੇ ਬੱਚੇ ਗੰਦੇ ਪਾਣੀ ਦੇ ਵਿੱਚੋਂ ਮੈਂ ਨਹੀਂ ਲੰਘਣ ਦੇਣੇ, ਮੇਰੇ ਬੱਚੇ ਜਿਹੜੇ ਨੇ ਉਹ ਟੁੱਟੀਆਂ ਸੜਕਾਂ ਦੇ ਉੱਤੇ ਮੈਂ ਡਿੱਗ ਡਿੱਗ ਸੱਟਾਂ ਨਹੀਂ ਲੱਗਣ ਦੇਣੀਆਂ, ਮੇਰੇ ਬੱਚੇ ਜਿਹੜੇ ਨੇ ਮੈਂ ਉਹਨਾਂ ਨੂੰ 2-2 ਘੰਟੇ 3-3 ਘੰਟੇ ਪੁਲਾਂ ਦੇ ਉੱਤੇ ਟ੍ਰੈਫਿਕ 'ਚ ਨਹੀਂ ਖਲੋਣ ਦੇਣਾ। ਉਹਨਾਂ ਜਦੋਂ ਇਹ ਸਾਰਾ ਕੁਝ ਦੇਖਿਆ, ਇਸ ਪਰਿਵਾਰ ਦੇ ਉਹ ਮੁਖੀ ਨੇ, ਉਸ ਮੁਖੀ ਨੇ ਆਪਣੇ ਪਰਿਵਾਰ ਦਾ ਦਰਦ ਸਮਝਿਆ, ਉਸ ਦਰਦ ਨੂੰ ਸਮਝਦੇ ਹੋਏ ਉਸ ਦਾ ਹੱਲ ਕੀਤਾ, ਪੁਲ ਬਣਾਏ, ਸੀਵਰੇਜ ਦੀਆਂ ਸਮੱਸਿਆ ਹੱਲ ਕੀਤੀਆਂ, ਗੰਦਾ ਗਟਰਾਂ ਦਾ ਪਾਣੀ ਜਿਹੜਾ ਮਿਕਸ ਹੋ ਕੇ ਲੋਕਾਂ ਨੂੰ ਪੀਣ ਨੂੰ ਮਿਲ ਰਿਹਾ ਸੀ ਉਹ ਤੋਂ ਨਿਜਾਤ ਦਿਵਾਈ। ਜਦੋਂ ਕੋਈ ਇੰਨਾ ਕੁਝ ਕਰੇਗਾ ਤਾਂ ਫਿਰ ਜਿਹੜੇ ਸਾਡੇ ਬਟਾਲਾ ਵਾਸੀ ਨੇ ਉਹ ਕ੍ਰਿਤਕ ਨਹੀਂ ਆ, ਉਹਨਾਂ ਨੂੰ ਪਤਾ, ਉਹਨਾਂ ਨੇ ਵੀ ਫਿਰ ਸਵਾਗਤ ਜਿਹੜਾ ਨਾ, ਇੱਕ ਸਵਾਗਤ ਹੁੰਦਾ ਕਿ ਹੱਥ ਜੋੜ ਕੇ ਕਿਸੇ ਨੂੰ ਜੀ ਆਇਆਂ ਕਹਿਣਾ, ਇੱਕ ਹੁੰਦਾ ਦੋਵੇਂ ਬਾਹਾਂ ਖੋਲ੍ਹ ਕੇ ਪਲਕਾਂ ਵਿਛਾ ਕੇ ਜੀ ਆਇਆਂ ਨੂੰ ਕਹਿਣਾ। ਉਹਨਾਂ ਨੇ ਵੀ ਫਿਰ ਬਾਜਵਾ ਸਾਹਿਬ ਨੂੰ ਦੋਵੇਂ ਬਾਹਾਂ ਖੋਲ੍ਹ ਕੇ ਆਪਣੀਆਂ ਪਲਕਾਂ ਵਿਛਾ ਕੇ ਆਪਣੀਆਂ ਪਲਕਾਂ 'ਤੇ ਚੁੱਕ ਲਿਆ ਕਿ ਜੇ ਤੁਸੀਂ ਸਾਡਾ ਦਰਦ ਸਮਝਿਆ ਤੇ ਅਸੀਂ ਤੁਹਾਡੇ, ਤੁਸੀਂ ਸਾਡੇ। ਔਰ ਉਹਦਾ ਨਤੀਜਾ ਜਿਹੜਾ ਤੁਸੀਂ ਦੇਖੋ 80-20 ਦੀ ਰੇਸ਼ੋ ਹੈ, ਜਿਹੜੀਆਂ ਤੁਸੀਂ 36 ਕਹਿੰਦੇ ਹੋ, ਜੇ ਬਹੁਤ ਸਾਰੀਆਂ ਐਸੀਆਂ ਵਾਰਡਾਂ ਨੇ ਜਿੱਥੇ 5-5 10-10 ਵੋਟਾਂ ਦਾ ਫਰਕ ਹੈ। ਅਗਰ ਤੁਸੀਂ ਉਹ ਦੇਖੋ ਤਾਂ ਇੱਕ 65 ਜਿੱਤ ਸੀ, ਮੈਂ ਸਮਝਦਾ 90-10 ਦੀ ਰੇਸ਼ੋ ਦੇ ਨਾਲ ਉਹ ਜਿੱਤੇ ਨੇ। ਔਰ ਇਸ ਦਾ ਸਾਰਾ ਸਿਰਾ ਉਹਨਾਂ ਨੂੰ ਜਾਂਦਾ। ਔਰ ਇਹ ਨਹੀਂ ਕਿ ਮੈਂ ਕੋਈ ਇਹ ਕਿਸੇ ਨੂੰ ਝੂਠਾ ਵਡਿਆਉਣ ਵਾਸਤੇ ਕਹਿ ਰਿਹਾ, ਇਹੀ ਸੱਚਾਈ ਹੈ ਔਰ ਇਹ ਬੱਚਾ ਬੱਚਾ ਜਾਣਦਾ। ਕ੍ਰੈਡਿਟ ਤਾਂ ਤ੍ਰਿਪਤ ਬਾਜਵਾ ਜੀ ਨੂੰ ਜਾ ਰਿਹਾ, ਇਹ ਤੁਹਾਡਾ ਦਾਅਵਾ ਹੈ, ਪਰ ਜਾਂਦਾ ਕਿਉਂ? ਕੋਈ ਵੱਡਾ ਕਾਰਨ? ਇੱਕ ਸੀਵਰੇਜ ਦਾ ਕੰਮ ਕਰਾਉਣਾ ਤੇ ਸਰਕਾਰਾਂ ਕਰਵਾਉਂਦੀਆਂ ਨੇ, ਸਰਕਾਰਾਂ ਕਰਾ ਹੀ ਰਹੀਆਂ ਨੇ, ਰੂਟੀਨ 'ਚ ਆ ਰਿਹਾ। ਜਿਵੇਂ ਅਸ਼ਵਨੀ ਸੇਖੜੀ ਵੀ ਕਹਿ ਰਹੇ ਸੀ ਕਿ ਅੰਮ੍ਰਿਤ ਯੋਜਨਾ ਦਾ ਪੈਸਾ ਆਇਆ, ਪੈਸਾ ਤਾਂ ਉਹੀ ਲੱਗਾ, ਉਹਨਾਂ ਦਾ ਦਾਅਵਾ ਸੀਗਾ। ਪਰ ਹੋਰ ਇਹੋ ਜਿਹਾ ਕੀ ਕਾਰਨ ਸੀ ਕਿ ਇਹ ਜਿਹੜੀ ਜਿੱਤ ਹੈ ਇਹਦਾ ਕ੍ਰੈਡਿਟ ਉਹਨਾਂ ਨੂੰ ਜਾ ਰਿਹਾ ਹੈ? ਇਹ ਕਿਉਂ ਜਾ ਰਿਹਾ? ਦੇਖੋ, ਸਰਕਾਰਾਂ 1947 ਤੋਂ ਜਦੋਂ ਤੋਂ ਸਾਡਾ ਮੁਲਕ ਆਜ਼ਾਦ ਹੋਇਆ, ਉਦੋਂ ਤੋਂ ਹੀ ਸਾਡੇ ਪੰਜਾਬ ਸਰਕਾਰ ਬਣਦੀ, ਸਾਡੇ ਬਟਾਲੇ ਉਦੋਂ ਤੋਂ ਹੀ ਜਿਹੜੇ ਨੇ ਉਹ MLA ਬਣਦੇ ਆ ਰਹੇ ਨੇ, ਉਦੋਂ ਤੋਂ ਹੀ ਗਰੰਟਾਂ ਜਾਰੀ ਹੁੰਦੀਆਂ, ਕੋਈ ਜ਼ਿਆਦਾ ਫਰਕ ਨਹੀਂ ਪਿਆ। ਦੇਖੋ, ਉਹੀ ਸੜਕ ਵਾਸਤੇ 10 ਲੱਖ ਰੁਪਇਆ ਪਹਿਲਾਂ ਜਾਰੀ ਹੁੰਦਾ, ਉਹ 10 ਦਿਨ ਵੀ ਨਹੀਂ ਕੱਢਦੀ। ਹੁਣ ਬਾਜਵਾ ਸਾਹਿਬ ਦੀ ਰਹਿਨੁਮਾਈ ਹੇਠ ਵੀ ਉਸੇ ਸੜਕ ਲਈ 10 ਲੱਖ ਹੀ ਜਾਰੀ ਹੁੰਦਾ, ਪਰ ਲੋਕ ਕਹਿ ਰਹੇ 50 ਸਾਲ ਵੀ ਨਹੀਂ ਟੁੱਟੇਗੀ। ਉਹ ਇਮਾਨਦਾਰੀ, ਉਹ ਜਿਹੜੀ ਹੈ ਉਹ ਡੈਡੀਕੇਸ਼ਨ, ਉਹ ਜਿਹੜੀ ਹੈ ਉਹ ਮਿਹਨਤ, ਉਹ ਸਾਰੀਆਂ ਚੀਜ਼ਾਂ ਨੂੰ, ਔਰ ਲੋਕਾਂ ਦੀ ਨਜ਼ਰ ਤੋਂ ਕੁਛ ਵੀ ਛਿਪਿਆ ਹੋਇਆ ਨਹੀਂ ਹੈ। ਉਹ ਕਹਿੰਦੇ ਨੇ ਇਹ ਪਬਲਿਕ ਹੈ, ਇਹ ਸਭ ਜਾਣਤੀ ਹੈ। ਇਹ ਲੋਕਾਂ ਨੂੰ ਕਿਸੇ ਚੀਜ਼ ਦੀ ਅੱਜ ਕੱਲ੍ਹ ਸਮਝਾਉਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਦੇਖਿਆ, ਸਭ ਤੋਂ ਵੱਡੀ ਗੱਲ ਜਿਹੜੀ ਕਿ ਪਹਿਲਾਂ ਲੋਕਾਂ ਦੇ ਦਰਦ ਨੂੰ ਕਿਸੇ ਲੀਡਰ ਨੇ ਆਪਣਾ ਦਰਦ ਨਹੀਂ ਬਣਾਇਆ। ਜਦੋਂ ਉਹਨਾਂ ਨੇ ਦਰਦ ਆਪਣਾ ਬਣਾਇਆ ਤੇ ਉਹ ਫਿਰ ਜਿਹਨੂੰ ਵੇਖੋ ਪੀੜ ਤੋਂ ਨਿਜਾਤ ਮਿਲਣੀ ਹੈ ਨਾ, ਉਹ ਫਿਰ ਜਸ ਤਾਂ ਗਾਉਂਦਾ ਹੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਚੀਮਾ ਸਾਹਿਬ, ਤੁਸੀਂ ਇੱਕ ਕਾਕ ਸਿਆਸਤਦਾਨ ਹੋ, ਸਿਆਸਤ ਨੂੰ ਬਹੁਤ ਨੇੜਿਓਂ ਪਰਖਿਆ, ਨੇੜਿਓਂ ਜਾਣਦੇ ਹੋ, ਔਰ ਤੁਹਾਡੇ ਕੋਲ ਕੋਈ ਦੋ ਰਾਏ ਨਹੀਂ। ਮੈਂ ਪਹਿਲਾਂ ਵੀ ਦੱਸਿਆ, ਹੁਨਰ ਹੈ ਜਿੱਤ ਨੂੰ, ਕਿਸੇ ਦੀ ਵੀ ਜਿੱਤੀ ਹੋਈ ਬਾਜੀ ਨੂੰ ਤੁਸੀਂ ਪਲਟ ਸਕਦੇ ਹੋ ਅਤੇ ਆਪਣੀ ਹਾਰੀ ਹੋਈ ਜਿਹੜੀ ਬਾਜ਼ੀ ਹੈ ਨਾ, ਉਹਨੂੰ ਜਿੱਤ 'ਚ ਤਬਦੀਲ ਕਰ ਸਕਦੇ ਹੋ। ਹੁਨਰ ਹੈ ਚੀਮਾ ਜੀ ਤੁਹਾਡੇ ਕੋਲ, ਇਹ ਮੰਨਦੀ ਹੈ ਪਾਰਟੀ ਇਸ ਗੱਲ ਕਰੀਏ ਹੁਣ 36 ਸੀਟਾਂ ਦੇ ਉੱਪਰ। ਤੁਸੀਂ ਦਾਅਵਾ ਕਰ ਰਹੇ ਹੋ ਕਿ 36 ਸੀਟਾਂ ਜਿਹੜੀਆਂ ਨੇ ਇਹ ਕ੍ਰੈਡਿਟ ਜਾ ਰਿਹਾ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ, ਪਰ ਅਸ਼ਵਨੀ ਸੇਖੜੀ ਤੇ ਕਹਿ ਰਹੇ 36 ਸੀਟਾਂ ਉਹਨਾਂ ਦੇ ਕਿਰਦਾਰ ਕਰਕੇ, ਉਹਨਾਂ ਦੇ ਕੰਮਾਂ ਕਰਕੇ ਜਿਹੜੀਆਂ ਨੇ ਉਹਨਾਂ ਦੀ ਝੋਲੀ 'ਚ ਪਈਆਂ ਨੇ। ਦੇਖੋ, ਮੈਂ ਫਿਰ ਕਹਿਣਾ ਕਿ ਤੁਸੀਂ ਮੇਰੇ ਕਹਿਣ 'ਤੇ ਜਾਂ ਸੇਖੜੀ ਜੀ ਦੇ ਕਹਿਣ 'ਤੇ ਜਾਂ ਬਾਜਵਾ ਜੀ ਦੇ ਕਹਿਣ 'ਤੇ ਨਾ ਜਾਓ। ਤੁਸੀਂ ਪੁਰਾਣੀ ਕਿਹੜੀ ਪਹਿਲੀ ਵਾਰੀ ਨਗਰ ਕੌਂਸਲ ਦੀ ਇਲੈਕਸ਼ਨ ਹੋਈ ਹੈ, ਕਿਹੜੀ ਪਹਿਲੀ ਵਾਰੀ ਕਾਂਗਰਸ ਦੀ ਸਰਕਾਰ ਹੈ, ਕਿਹੜਾ ਪਹਿਲੀ ਵਾਰੀ ਇੱਥੇ ਜਿਹੜੇ ਨੇ ਕੌਂਸਲਰ ਚੁਣੇ ਗਏ ਨੇ, ਤੁਸੀਂ ਪਿਛਲਾ 50 ਸਾਲ ਦਾ ਇਤਿਹਾਸ ਕਢਵਾ ਕੇ ਦੇਖ ਲਓ। ਕਦੋਂ ਕਾਂਗਰਸ ਸੱਤਾ 'ਚ ਆਈ, ਕਿਸ ਤਰ੍ਹਾਂ ਆਈ। ਮੈਂ ਸਮਝਦਾ ਇੰਨੀ ਨਿਰਪੱਖ ਇਲੈਕਸ਼ਨ ਸ਼ਾਇਦ ਹੀ ਕਿਤੇ ਹੋਰ ਕਿਸੇ ਸਮੇਂ 'ਚ ਹੋਈ ਹੋਏਗੀ ਜਿਸ ਤਰ੍ਹਾਂ ਇਸ ਵਾਰੀ ਹੋਈ। ਔਰ ਇੰਨੀ ਨਿਰਪੱਖ ਇਲੈਕਸ਼ਨ ਦੇ ਵਿੱਚ ਅਗਰ ਲੋਕਾਂ ਨੇ ਜਿਹੜਾ ਫਤਵਾ ਦਿੱਤਾ, ਔਰ ਕੋਈ ਛਿਪਿਆ ਹੋਇਆ ਨਹੀਂ ਸੀ ਕਿ ਕਿਹਦੀ ਰਹਿਨੁਮਾਈ ਹੇਠ ਹੋ ਰਹੀ ਹੈ, ਕੋਈ ਇਸ ਗੱਲ 'ਚ ਦੋ ਰਾਏ ਨਹੀਂ ਹੈਗੀ। ਇਸ ਕਰਕੇ ਇਹ ਮੇਰੇ ਕਹਿਣ ਨਾਲ ਜਾਂ ਅਸ਼ਵਨੀ ਜੀ ਦੇ ਕਹਿਣ ਨਾਲ ਜਾਂ ਬਾਜਵਾ ਜੀ ਦੇ ਕਹਿਣ ਨਾਲ ਨਹੀਂ ਹੈ, ਇਹ ਲੋਕਾਂ ਦੇ ਵਿੱਚ ਹੈ ਔਰ ਲੋਕਾਂ ਨੇ ਫਤਵਾ ਦੇ ਦਿੱਤਾ। ਚੀਮਾ ਸਾਹਿਬ, ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਅਸੀਂ ਮੰਨਦੇ, ਪਰ ਇਸ ਵਾਰ ਕੀ ਕਾਰਨ ਹੈ? ਪਿਛਲੇ ਕੁਝ ਸਮੇਂ ਤੋਂ ਧਰਮ ਨਿਰਪੱਖ ਪਾਰਟੀ ਦੇ ਵਿੱਚ ਹੀ ਧਰਮ ਦਾ ਪੱਤਾ ਖੇਡਿਆ ਜਾ ਰਿਹਾ। ਇਹ ਕੀ ਵਜ੍ਹਾ ਹੋਗੀ ਕਿ ਧਰਮ ਨਿਰਪੱਖ ਪਾਰਟੀ ਦੇ ਵਿੱਚ ਹੀ ਇਹ ਜਿਹੜਾ ਧਰਮ ਦਾ ਪੱਤਾ ਹੈ, ਖਾਸ ਕਰਕੇ ਹਿੰਦੂ ਧਰਮ ਦਾ ਪੱਤਾ ਜਿਹੜਾ ਸ਼ਹਿਰ 'ਚ ਵਾੜ ਦਿੱਤਾ ਗਿਆ? ਨਹੀਂ, ਦੇਖੋ, ਅਗਰ ਨਿਰਪੱਖ ਹੋ ਕੇ ਧਰਮ ਨੂੰ, ਅਗਰ ਧਰਮ ਦਾ ਗਿਆਨ ਰੱਖਦੇ ਨੇ, ਅਗਰ ਉਹ ਦੇਖਣ, ਦੇਖੋ ਸਿੱਖ ਧਰਮ ਔਰ ਹਿੰਦੂ ਧਰਮ ਤੁਸੀਂ ਗੱਲ ਕਰਦੇ ਹੋ, ਸਾਡੀ ਸਿੱਖ ਗੁਰੂ ਸਾਹਿਬਾਨਾਂ ਦੀ ਗੁਰੂ ਘਰ ਦੀ ਇਹ ਫਿਲੋਸਫੀ ਰਹੀ ਹੈ। ਉਹਨਾਂ ਨੇ ਕਿਹਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਮਾਨਸ ਕੀ ਜ਼ਾਤ ਸਭੇ ਏਕ ਪਹਿਚਾਨ ਮੋ।
ਕਰਮ ਨੂੰ ਉਹਨਾਂ ਨੇ ਪ੍ਰਧਾਨ ਕਿਹਾ, ਕਰਮੀ ਆਪੋ ਆਪਣੀ ਕਹਿ ਨੇੜੇ ਕਹਿ ਦੂਰ। ਔਰ ਇਹੀ ਜਦ ਕੁਰੂਕਸ਼ੇਤਰ ਦੇ ਮੈਦਾਨ 'ਚ ਕ੍ਰਿਸ਼ਨ ਮਹਾਰਾਜ ਖੜੇ ਤੇ ਉਹਨਾਂ ਦੀ ਸਾਰੀ ਗੀਤਾ ਜਿਹੜੀ ਉਹ ਕਰਮ ਦੇ ਉੱਪਰ ਫੋਕਸ ਹੈ। ਉਹਨਾਂ ਨੇ ਕਰਮ ਨੂੰ ਜਿਹੜਾ ਉਹ ਵੱਡਾ ਮੰਨਿਆ, ਨਾ ਕਿ ਧਰਮ ਨੂੰ। ਇਸ ਲਈ ਮੈਂ ਇਹ ਸਮਝਦਾ ਹਾਂ ਕਿ ਜੀਵਨ ਦੇ ਅੰਦਰ ਕਰਮ ਵੱਡਾ, ਜਿਹੜਾ ਸੱਚਾ ਸੁੱਚਾ ਕਰਮ ਕਰਦਾ ਹੈ, ਜਿਹੜਾ ਲੋਕ ਸੇਵਾ ਕਰਦਾ ਹੈ, ਉਸ ਦਾ ਕਰਮ ਵੱਡਾ। ਇੱਥੇ ਵੀ ਉਹ ਤੁਸੀਂ ਜਿਹੜੀ ਗੱਲ ਪੁੱਛੀ ਹੈ ਕਿ ਇਹ ਧਰਮ ਦਾ ਜਿਹੜਾ ਹੈਗਾ, ਤੁਸੀਂ ਦੇਖੋ ਕਿ ਅਸੀਂ ਕੋਈ ਜਦੋਂ ਪੋਲੀਟੀਕਲ ਲੋਕ ਜਿਹੜੇ ਆ ਜਾਂ ਜਿਹੜੀਆਂ ਪੋਲੀਟੀਕਲ ਚੇਅਰਸ ਹੁੰਦੀਆਂ ਨੇ, ਇਹਨਾਂ ਦੇ ਉੱਤੇ ਕੋਈ ਧਾਰਮਿਕ ਲੀਡਰ ਜਿਹੜੇ ਨਹੀਂ ਬੈਠਦੇ। ਇਹਨਾਂ ਦੀ ਬੈਠਣ ਦੀ ਜਿਹੜੀ ਪਰਖ ਹੈ, ਮੈਂ ਉਹ ਸਮਝਦਾ ਕਰਮ 'ਤੇ ਹੋਣੀ ਚਾਹੀਦੀ ਹੈ। ਜਿਹੜਾ ਚੰਗਾ ਕਰਮ ਕਰਦਾ ਉਹੀ ਬੈਠੇਗਾ। ਕਿਉਂਕਿ ਖੇਡ ਗਿਆ ਧਰਮ ਦਾ ਪਤਾ ਤੁਹਾਡੀ ਨੌਲੇਜ? ਨਹੀਂ, ਦੇਖੋ ਮੈਂ ਉਸ ਗੱਲ ਨਾਲ ਵੀ ਤੁਹਾਡੇ ਨਾਲ ਸਹਿਮਤ ਨਹੀਂ ਹੁੰਦਾ, ਕਿਉਂਕਿ ਖੇਡਣਾ ਪੱਤਾ ਔਰ ਚੱਲਣਾ ਦੋ ਵੱਖਰੇ ਵੱਖਰੇ ਫਰਕ ਨੇ। ਖੇਡਣ ਨੂੰ ਤਾਂ ਸਾਰੀ ਦੁਨੀਆ ਖੇਡਣਾ ਫਿਰਦੀ ਹੈ, ਪਰ ਚੱਲਿਆ ਕਿ ਨਹੀਂ ਲੋਕਾਂ ਨੇ ਨਕਾਰ ਦਿੱਤਾ। ਔਰ ਮੈਂ ਤੁਹਾਨੂੰ ਕਹਿਣਾ, ਤੁਸੀਂ ਖੁਦ ਐਡੇ ਵੱਡੇ ਪੱਤਰਕਾਰ ਹੋ, ਤੁਸੀਂ 4 ਬੱਚੇ ਲੈ ਲਓ, ਸ਼ਹਿਰ ਦੇ ਬਜ਼ੁਰਗਾਂ ਨੂੰ ਵੱਡਿਆਂ ਨੂੰ ਛੱਡ ਦਿਓ ਜਿਨ੍ਹਾਂ ਕੋਲ ਤਜਰਬਾ। 4 ਬੱਚੇ, ਇੱਕ ਹਿੰਦੂ ਦਾ ਲੈ ਲਓ, ਇੱਕ ਸਿੱਖ ਦਾ ਲੈ ਲਓ, ਇੱਕ ਕ੍ਰਿਸਚਨ ਦਾ ਲੈ ਲਓ, ਇੱਕ ਮੁਸਲਮਾਨ ਦਾ ਲੈ ਲਓ। ਉਹਨੂੰ ਪੁੱਛੋ ਜੀ ਤੁਸੀਂ ਕਿਹਨੂੰ ਚਾਹੁੰਦੇ ਆ, ਹਿੰਦੂ ਨੂੰ ਚਾਹੁੰਦੇ ਆ, ਸਿੱਖ ਨੂੰ ਚਾਹੁੰਦੇ ਆ, ਦੱਸੋ ਜੀ ਕਿਹਨੂੰ ਕੁਰਸੀ 'ਤੇ ਬਿਠਾਈਏ। ਉਹ ਤੁਹਾਨੂੰ ਕਹਿਣਗੇ ਅਸੀਂ ਕੰਮ ਚਾਹੁੰਦੇ ਹਾਂ, ਅਸੀਂ ਵਿਕਾਸ ਚਾਹੁੰਦੇ ਹਾਂ, ਅਸੀਂ ਡਿਵੈਲਪਮੈਂਟ ਚਾਹੁੰਦੇ ਹਾਂ, ਔਰ ਜਿਹੜਾ ਬੰਦਾ ਕਰਾ ਸਕਦਾ ਅਸੀਂ ਉਹਨੂੰ ਚਾਹੁੰਦੇ ਹਾਂ। ਸੋ ਕਿਤੇ ਨਾ ਕਿਤੇ ਇਹਨਾਂ ਚੀਮਾ ਸਾਹਿਬ ਨੇ ਦੱਸਿਆ ਹੈ ਜਿਵੇਂ ਕਿ ਜਿਹੜਾ ਧਰਮ ਦਾ ਪੱਤਾ ਖੇਡਿਆ ਗਿਆ ਸੀ, ਉਹਦਾ ਕੋਈ ਅਸਰ ਦੇਖਣ ਨੂੰ ਕਿਤੇ ਵੀ ਨਹੀਂ ਮਿਲਿਆ। ਵਿਕਾਸ ਬੱਚੇ ਦੀ ਜ਼ੁਬਾਨ 'ਤੇ, ਵਿਕਾਸ ਨੂੰ ਲੋਕੀ ਪਸੰਦ ਕਰ ਰਹੇ ਨੇ। 36 ਉਮੀਦਵਾਰ ਜਿਹੜੇ ਨੇ ਕਾਂਗਰਸ ਪਾਰਟੀ ਨੂੰ ਜਿਹੜੀ ਵੱਡੀ ਜਿੱਤ ਦਿਵਾ ਰਹੇ ਨੇ। ਮੇਅਰ ਦੀ ਹੁਣ ਗੱਲ ਹੋ ਰਹੀ ਹੈ। ਮੇਅਰ ਵਾਸਤੇ ਬਿਲਕੁਲ ਅਜੇ ਜ਼ਰੂਰੀ ਹੈ ਕਿ ਨੋਟੀਫਿਕੇਸ਼ਨ ਜਾਰੀ ਹੋਣੀ ਹੈ। ਉਹ ਜਨਰਲ ਦੀ ਹੁੰਦੀ ਹੈ, ਰਿਜ਼ਰਵ ਦੀ ਹੁੰਦੀ ਹੈ, ਮੈਨ ਦੀ ਹੁੰਦੀ ਹੈ ਜਾਂ ਲੇਡੀ ਰਿਜ਼ਰਵ ਹੁੰਦੀ ਹੈ, ਇਹ ਤਾਂ ਬਾਅਦ ਦਾ ਇਸ਼ੂ ਹੈ। ਪਰ ਅਗਰ ਹੁਣ ਮੌਜੂਦਾ ਹਾਲਾਤਾਂ ਦੀ ਮੱਦੇ ਨਜ਼ਰ ਦੇਖਿਆ ਜਾਵੇ, ਮੇਅਰ ਦੀ ਕੁਰਸੀ ਵਾਸਤੇ ਐਸਾ ਇਮਾਨਦਾਰ, ਬੇਦਾਗ, ਸਾਫ ਸੁਥਰੀ ਛਵੀ ਵਾਲਾ, ਥੋੜ੍ਹਾ ਜਿਹਾ ਇਹ ਕਹੀਏ ਤਾਂ ਜਿਹਨੇ ਕਦੀ ਭਖੂ ਨਾ ਕੀਤਾ ਹੋਵੇ, ਰੱਜਿਆ ਪੁੱਜਿਆ ਜਿਹਾ ਇਨਸਾਨ, ਐਸੀ ਕੋਈ ਸ਼ਖਸੀਅਤ ਤੁਹਾਡੀ ਨਜ਼ਰ 'ਚ ਹੈ? ਦੇਖੋ, ਅਗਰ ਮਨਜੀਤ ਚੀਮਾ ਦੀ ਤੁਸੀਂ ਜ਼ਾਤੀ ਗੱਲ ਕਰਦੇ ਹੋ ਤਾਂ ਮੇਰੇ ਵਾਸਤੇ ਤਾਂ ਮੇਰੇ ਮੇਅਰ ਵੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੇਰੇ MLA ਵੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੇਰੀ ਸਰਕਾਰ ਵੀ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ। ਮੇਰੀ ਤਾਂ ਗੱਲ ਉੱਥੋਂ ਤੱਕ ਹੈ। ਪਰ ਅਗਰ ਐਜ਼ ਯੂਜ਼ੁਅਲ ਐਜ਼ ਜਰਨਲ ਆਪਾਂ ਗੱਲ ਕਰੀਏ ਤਾਂ ਦੇਖੋ, ਜਦੋਂ ਕੋਈ ਵੀ ਕਿਸੇ ਬਾਦਸ਼ਾਹ ਦੀ ਫੌਜ ਹੋਏ, ਕਿਸੇ ਪੋਲੀਟੀਕਲ ਪਾਰਟੀ ਦੀ ਫੌਜ ਹੋਏ, ਜਦੋਂ ਲੜਦੀ ਹੈ ਤਾਂ ਇੱਕ ਝੰਡਾ ਬਰਦਾਰ ਹੁੰਦਾ, ਇੱਕ ਜਰਨੈਲ ਹੁੰਦਾ, ਉਸ ਨੂੰ ਉਹ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਅਗਰ ਉਹ ਫੌਜ ਖੁਦਾ ਨਾ ਖਾਸਤਾ ਹਾਰ ਜਾਂਦੀ ਹੈ ਤਾਂ ਸਭ ਤੋਂ ਪਹਿਲੀ ਬਲੀ ਉਸ ਜਰਨੈਲ ਦੀ ਹੁੰਦੀ ਹੈ। ਉਹਨੂੰ ਸੂਲੀ ਚਾੜਿਆ ਜਾਂਦਾ, ਉਹਦੇ ਵਾਸਤੇ ਫਾਂਸੀ ਦਾ ਫੰਦਾ ਤਿਆਰ ਹੁੰਦਾ। ਪਰ ਅਗਰ ਉਹ ਫੌਜ ਜਿੱਤਦੀ ਹੈ ਤਾਂ ਜਿਹੜਾ ਜਿਸ ਤਰ੍ਹਾਂ ਉਸ ਫੰਦਾ ਉਹਦਾ ਹੱਕ ਹੁੰਦਾ ਉੱਤੇ ਜਾਣਾ, ਅਤੇ ਫਿਰ ਫੁੱਲਾਂ ਦੇ ਹਾਰਾਂ ਦਾ ਹੱਕਦਾਰ ਵੀ ਉਹੀ ਹੁੰਦਾ, ਫਿਰ ਕੁਰਸੀਆਂ ਦਾ, ਇਨਾਮਾਂ ਦਾ ਹੱਕਦਾਰ ਵੀ ਉਹੀ ਹੁੰਦਾ। ਅਤੇ ਇੱਥੇ ਜਿਸ ਦੀ ਰਹਿਨੁਮਾਈ ਦੇ ਥੱਲੇ ਇਹ ਇਲੈਕਸ਼ਨ ਹੋਈ, ਜਿਸ ਨੂੰ ਝੰਡਾ ਫੜਾਇਆ ਗਿਆ, ਉਹ ਕਿਸੇ ਤੋਂ ਛਿਪਿਆ ਹੋਇਆ ਨਹੀਂ ਹੈ। ਬੱਚੇ ਨੂੰ, ਸ਼ਹਿਰ ਦੇ ਨੂੰ ਪਤਾ ਹੈ। ਅਗਰ ਮੈਂ ਤੁਹਾਨੂੰ ਪੁੱਛਾਂ ਵੀ ਹਾਂਜੀ ਜੀ ਰਿਸ਼ਪਾਲ ਜੀ, ਤੁਸੀਂ ਇੰਨੇ ਸੀਨੀਅਰ ਪੱਤਰਕਾਰ ਹੋ, ਤੁਸੀਂ ਦੱਸੋ ਕਿ ਕਿਹੜਾ ਝੰਡਾ ਬਰਦਾਰ ਸੀ ਔਰ ਉਹਦਾ ਹੱਕ ਬਣਦਾ, ਮੇਰੇ ਖਿਆਲ ਤੁਹਾਨੂੰ ਵੀ ਪਤਾ ਹੀ ਜੀ। ਪਰ ਕੁਛ ਇਸ ਤਰ੍ਹਾਂ, ਕਿਉਂਕਿ ਜਿਹੜਾ ਪੱਤਰਕਾਰ ਹੈ, ਅਗਰ ਉਹ ਕਿਸੇ ਦਾ ਨਾਂ ਲਏਗਾ, ਉਹ ਹੋ ਜਾਂਦਾ ਪਾਰਟੀ ਦਾ ਠੱਪਾ ਲੱਗ ਜਾਂਦਾ। ਪਰ ਮੈਂ ਚਾਹੁੰਦਾ ਕਿ ਤੁਸੀਂ ਉਸ ਲੰਬੜਦਾਰ ਦਾ ਨਾਮ ਦੱਸੋ ਕਿ ਉਹ ਲੰਬੜਦਾਰ ਕੌਣ ਸੀ? ਮੇਰੇ ਨਾਮ ਦੇਖੋ, ਮੈਨੂੰ ਕੋਈ ਇਹ ਦੋ ਰਾਏ ਨਹੀਂ ਹੈ ਮੇਰੀ। ਸਰਦਾਰ ਸੁਖਦੀਪ ਸਿੰਘ ਸੁਖਤੇਜਾ ਜੀ ਨੇ, ਔਰ ਉਹਨਾਂ ਦੀ ਰਹਿਨੁਮਾਈ ਹੇਠ ਹੋਈ ਹੈ। ਔਰ ਮੈਂ ਸਮਝਦਾ ਕਿ ਮੇਰੇ ਕਹਿਣ ਨਾਲ ਕਿ ਮੇਰਾ ਜ਼ਾਤੀ ਤੌਰ 'ਤੇ, ਹਾਲਾਂਕਿ ਮੇਰੇ ਕੋਈ ਉਹਨਾਂ ਦੇ ਨਾਲ ਕੋਈ ਨਿੱਜੀ ਰਿਲੇਸ਼ਨਸ ਨਹੀਂ ਨੇ, ਪਰ ਇਹ ਬੱਚੇ ਨੂੰ ਬਤਾਇਆ ਕਿ ਸੁਖਤੇਜਾ ਹੁਣਾਂ ਨੇ ਇਕੱਲੀ ਗਲੀ, ਮੈਂ ਇੱਥੇ ਆਮ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਜਦੋਂ ਮੈਂ ਗੱਡੀ 'ਤੇ ਆਮ ਜਾਣਾ ਸ਼ਹਿਰ 'ਚ, ਮੈਂ ਆਪਣੇ ਵਾਰਡਾਂ ਵਿੱਚ ਵੀ ਘੁੰਮਦਾ ਕਰਦਾ, ਮੈਂ ਕਈ ਵਾਰੀ ਉਸ ਇਨਸਾਨ ਨੂੰ ਦੇਖਿਆ ਕਿ ਉਸ ਫੀਤਾ ਫੜ ਕੇ ਸੜਕ ਨਾਪ ਰਿਹਾ, ਕਿਤੇ ਉਹ ਸੀਮਟ ਮਿਕਸਿੰਗ ਚੱਲ ਰਹੀ ਹੈ, ਸੀਮਟ ਉੱਡ ਰਿਹਾ, ਉਹ ਲਾਗੇ ਕੁਰਸੀ ਢਾਹ ਕੇ ਬੈਠਾ ਹੋਇਆ ਹੈ। ਮੇਰੇ ਆਪ ਦੇ ਵਾਰਡ 24 'ਚ ਜਦੋਂ ਸ਼ਮਸ਼ਾਨ ਘਾਟ ਦਾ ਸਰਵੇ ਲੱਗਿਆ ਸੀ ਤਾਂ ਇੱਕ ਬੰਨਿਓ ਫੀਤਾ ਉਹ ਸਾਡੇ ਬੰਦੇ ਨੇ ਫੜਿਆ ਸੀ, ਦੂਜੇ ਪਾਸਿਓਂ ਆਪ ਫੜ ਕੇ ਮਿਲ ਰਿਹਾ ਸੀ। ਐਸੀ ਡੈਡੀਕੇਸ਼ਨ, ਐਸੀ ਭਾਵਨਾ, ਐਸੀ ਮਿਹਨਤ ਜਿਹੜੀ ਹੁੰਦੀ ਹੈ, ਔਰ ਕੁਦਰਤ ਕਦੀ ਕਿਸੇ ਦੀ ਮਿਹਨਤ ਨਹੀਂ ਰੱਖਦੀ। ਔਰ ਜਿਸ ਤੱਕ ਸਾਡੀ ਤੁਸੀਂ ਆਹ ਗੱਲ ਕੀਤੀ ਹੈ, ਸਾਡੇ ਪਰਿਵਾਰ ਦੇ ਮੁਖੀ ਸਾਡੇ ਬਜ਼ੁਰਗ ਨੇ, ਸਾਡੇ ਬਾਪੂ ਨੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ, ਔਰ ਉਹਨਾਂ ਦੀ ਚੋਣ ਵੀ ਅੱਜ ਤੱਕ ਪਿਛਲਾ ਇਤਿਹਾਸ ਫੋਲ ਕੇ ਦੇਖ ਲਓ, ਕਦੀ ਗਲਤ ਨਹੀਂ ਹੋਈ ਔਰ ਇਸ ਵਾਰੀ ਵੀ ਗਲਤ ਨਹੀਂ ਹੋਏਗੀ। ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ, ਜਿਨ੍ਹਾਂ ਦੇ ਬਾਰੇ ਇਹ ਹੁਣ ਆਮ ਮੰਨਿਆ ਵੀ ਜਾਂਦਾ ਔਰ ਇਹ ਪਰਖੀ ਹੋਈ ਚੀਜ਼ ਹੈ। ਬੇਸ਼ੱਕ ਜਿੱਥੇ ਪੰਜਾਬ ਸਰਕਾਰ ਵੀ ਫਸੀ ਹੈ ਕਈ ਸਥਿਤੀਆਂ ਦੇ ਵਿੱਚ, ਚਾਹੇ ਉਹ ਬਰਗਾੜੀ ਦਾ ਮਾਮਲਾ ਕਿਉਂ ਨਾ ਹੋਵੇ,
ਤਾਂ ਉੱਥੇ ਵੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੀ ਸੂਝ-ਬੂਝ ਦੇ ਨਾਲ ਬਰਗਾੜੀ ਮੋਰਚੇ ਨੂੰ ਕਿਸ ਤਰੀਕੇ ਦੇ ਨਾਲ ਨਿਪਟਾਇਆ ਸੀ। ਬਹੁਤ ਸਾਰੇ ਐਸੇ ਪੰਜਾਬ ਸਰਕਾਰ ਦੇ ਮਾਮਲੇ ਨੇ ਜਿਨ੍ਹਾਂ ਮਾਮਲਿਆਂ ਦੇ ਵਿੱਚ ਚਾਹੇ ਉਹ ਧਰਮ ਦੇ ਨਾਂ 'ਤੇ ਹੋਣ, ਚਾਹੇ ਰਾਜਨੀਤਿਕ ਤੌਰ 'ਤੇ ਹੋਣ, ਕਈ ਫਸੇ ਹੋਏ ਮਾਮਲੇ ਆਪਣੀ ਸੂਝ-ਬੂਝ ਦੇ ਨਾਲ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਣਾ ਨੇ ਜਿੱਦਾਂ ਮੱਖਣ ਦੇ ਵਿੱਚੋਂ ਬਾਲ ਕੱਢੀ ਦਾ ਇਸ ਤਰੀਕੇ ਨਾਲ ਕੱਢ ਦਿੰਦੇ ਸੀ। ਨਾ ਕਿਸੇ ਨੂੰ ਨਾਰਾਜ਼ ਕਰਦੇ ਸੀ ਤੇ ਨਾ ਕਿਸੇ ਦਾ ਗਿਲਾ ਸ਼ਿਕਵਾ ਹੋਣ ਦਿੰਦੇ ਸੀ। ਬਹੁਤ ਸੂਝ-ਬੂਝ ਦੇ ਮਾਲਕ ਨੇ। ਰਾਜਨੀਤੀ ਦੇ ਕਹੀਏ ਤਾਂ ਅਸਲੀ ਸਿਆਸਤਦਾਨ, ਇੱਕ ਗੂੜ੍ਹੇ ਸਿਆਸਤਦਾਨ, ਔਰ ਉਹਨਾਂ ਦੀ ਸਿਆਸਤ ਤੋਂ ਬਹੁਤ ਕੁਝ ਸਿੱਖਣ ਵਾਲਾ ਨਵੇਂ ਚਿਹਰਿਆਂ ਨੂੰ। ਸੋ ਉਹਨਾਂ ਦੇ ਉੱਪਰ ਇਸ ਵੇਲੇ ਭਰੋਸਾ ਹੈ ਸਰਦਾਰ ਮਨਜੀਤ ਸਿੰਘ ਚੀਮਾ ਜੀ ਨੂੰ, ਔਰ ਉਹਨਾਂ ਦਾ ਮੰਨਣਾ ਹੈ ਕਿਉਂਕਿ ਇੱਕ ਗੱਲ ਨੂੰ ਤੇ ਇਹ ਵੀ ਜਾਣਦੇ ਨੇ ਕਿ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿੱਥੇ ਇਹਨੇ ਕਿਰਦਾਰਾਂ ਦਾ ਅਸੀਂ ਉਹਨਾਂ ਦੇ ਦਾ ਜ਼ਿਕਰ ਕੀਤਾ, ਇੱਕ ਕਿਰਦਾਰ ਉਹਨਾਂ ਦਾ ਹੋਰ ਵੀ ਹੈ ਕਿ ਜੇਕਰ ਉਹਨਾਂ ਨੇ ਕਿਸੇ ਦੀ ਬਾਂਹ ਫੜ ਲਈ ਜਾਂ ਕਿਸੇ ਦੇ ਕੰਮ 'ਚ ਹਾਂ ਕਰ ਦਿੱਤੀ ਤਾਂ ਕਦੀ ਫਿਰ ਉਹਦੇ ਨਾਲ ਪਿੱਠ ਨਹੀਂ ਲੱਗਣ ਦਿੰਦੇ, ਇਹ ਵੀ ਉਹਨਾਂ ਦਾ ਕਿਰਦਾਰ ਹੈ। ਸੋ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਣਾ ਵੱਲੋਂ ਜਿਸ ਸੇਵਾਦਾਰ ਨੂੰ, ਕਾਂਗਰਸ ਦੇ ਸੱਚੇ ਸਿਪਾਹੀ ਨੂੰ, ਸੁਖਦੀਪ ਸਿੰਘ ਤੇਜਾ, ਜਿਨ੍ਹਾਂ ਨੂੰ ਸੁਖ ਸਰਪੰਚ ਦੇ ਨਾਂ ਨਾਲ ਸਾਰਾ ਸ਼ਹਿਰ ਜਾਣਦਾ ਹੈ, ਸੋ ਉਹਨਾਂ ਨੂੰ ਜਿੰਨੀ ਸ਼ਿੱਦਤ ਦੇ ਨਾਲ ਉਹਨਾਂ ਨੇ ਕਮਾਂਡ ਦਿੱਤੀ ਤਾਂ ਉਸ ਤੋਂ ਜ਼ਿਆਦਾ ਸ਼ਿੱਦਤ ਦੇ ਨਾਲ ਉਹਨਾਂ ਨੇ ਇਸ ਕਮਾਂਡ ਨੂੰ ਬਾਖੂਬੀ ਨਿਭਾਇਆ। ਸ਼ਹਿਰ ਦੇ ਕੋਨੇ-ਕੋਨੇ, ਚੱਪੇ-ਚੱਪੇ 'ਚ ਆਪ ਪਹੁੰਚ ਕੇ ਸੇਵਾਵਾਂ ਕੀਤੀਆਂ। ਸੋ ਸਰਦਾਰ ਚੀਮਾ ਜੀ ਦਾ ਇਹੀ ਕਹਿਣਾ ਹੈਗਾ ਕਿ ਜੋ ਭਰੋਸਾ ਕਾਇਮ ਰੱਖਿਆ ਉਹ ਭਰੋਸੇ 'ਤੇ ਖਰਾ ਉਤਰੇ ਮਿਸਟਰ ਤੇਜਾ। ਔਰ ਹੁਣ ਉਮੀਦ ਹੈਗੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਹਾਈਕਮਾਂਡ ਫੈਸਲਾ ਕਰੇਗੀ, ਜੋ ਵੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਫੈਸਲਾ ਕਰਨਗੇ, ਉਹਦੇ ਮੁਤਾਬਕ ਮੇਅਰ ਦਾ ਜੋ ਹੱਕਦਾਰ ਬਣਦਾ ਹੈ, ਜੋ ਲੰਬੜਦਾਰ ਬਣਦਾ ਹੈ, ਜਿਸ ਨੇ ਇਸ ਵੱਡੀ ਜਿੱਤ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ, ਸੋ ਉਸ ਦੇ ਸਿਰ 'ਤੇ ਸਿਹਰਾ ਜ਼ਰੂਰ ਸਜੇਗਾ। ਇਹੀ ਉਮੀਦ ਦੇ ਨਾਲ ਤੁਹਾਡੇ ਤੋਂ ਲੈਣੀ ਇਜਾਜ਼ਤ ਜੀ। ਦਿਓ ਇਜਾਜ਼ਤ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ।